ਸੋ ਖੇਡਾਂ ਦਾ ਮਹਾਕੁੰਭ ਟੋਕੀਓ ਓਲੰਪਿਕ ਖੇਡਾਂ ਸ਼ਾਨੋ ਸ਼ੌਕਤ ਦੇ ਨਾਲ ਮੁਕੰਮਲ ਹੋ ਗਈਆਂ ਨੇ। ਬਹੁਤ ਹੀ ਸ਼ਾਨਦਾਰ ਖੇਡਾਂ ਐਤਕੀ ਸਾਬਤ ਹੋਈਆਂ, ਜਿਹਦੇ ਵਿੱਚ ਸਾਰੇ ਦੇਸ਼ ਹਿੱਸਾ ਲੈ ਕੇ ਖੁਸ਼ੀ-ਖੁਸ਼ੀ ਆਪਣੇ ਮੁਲਕ ਨੂੰ ਹੁਣ ਵਾਪਸ ਪਰਤ ਰਹੇ ਨੇ। ਸਾਡੇ ਭਾਰਤ ਦੇਸ਼ ਦੇ ਖਿਡਾਰੀ ਵੀ ਵਾਪਸ ਮੁੜ ਆਏ ਨੇ, ਉਹਨਾਂ ਦਾ ਸ਼ਾਨਦਾਰ ਸਵਾਗਤ ਹੋਇਆ। ਇਸ ਵੇਲੇ ਜਿੱਥੇ ਖਿਡਾਰੀਆਂ ਨੂੰ ਸ਼ਾਬਾਸ਼ ਦੇਣੀ ਬਣਦੀ ਹੈ, ਉੱਥੇ ਨਾਲ ਦੀ ਨਾਲ ਇਹ ਵੀ ਸੋਚਣਾ ਬਣਦਾ ਕਿ ਸਾਡੇ ਭਾਰਤ ਦੇਸ਼ ਦੇ ਲਈ ਕਿਹੋ ਜਿਹੇ ਹਾਲਾਤ ਰਹੇ ਓਲੰਪਿਕ ਵਿੱਚ। ਸਾਡੇ ਲਈ ਖੁਸ਼ ਹੋਣ ਦੀ ਕਿੰਨੀ ਕੁ ਗੱਲ ਹੈ ਅਤੇ ਕਿੰਨੀ ਕੁ ਸਾਡੇ ਲਈ ਸੋਚਣ ਵਾਲੀ ਵੀ ਗੱਲ ਹੈ। ਯਕੀਨ ਮੰਨਿਓ, ਤੁਸੀਂ ਹੈਰਾਨ ਹੋ ਜਾਵੋਗੇ ਸੁਣ ਕੇ ਕਿ ਭਾਰਤ ਦੇਸ਼ ਦਾ ਓਲੰਪਿਕ ਖੇਡਾਂ ਵਿੱਚ ਅਸਲੀ ਪ੍ਰਦਰਸ਼ਨ ਕੀ ਰਿਹਾ, ਅਸਲੀ ਰਿਪੋਰਟ ਕੀ ਹੈ। ਉਹ ਅੱਜ ਦੇ ਐਪੀਸੋਡ ਵਿੱਚ ਅੰਕੜਿਆਂ ਸਮੇਤ ਅਸੀਂ ਤੁਹਾਨੂੰ ਦੱਸਾਂਗੇ। ਜ਼ਰੂਰ ਸੁਣਿਓ, ਅੱਜ ਦਾ ਇਹ ਪੂਰਾ ਐਪੀਸੋਡ ਤੁਹਾਡੇ ਸੁਣਨ ਵਾਲਾ ਹੈ। ਕੱਲੀ ਗੱਲ ਧਿਆਨ ਨਾਲ ਨੋਟ ਕਰਿਓ। ਐਤਕੀ ਦੀਆਂ ਖੇਡਾਂ ਜਾਪਾਨ ਦੇ ਟੋਕੀਓ ਸ਼ਹਿਰ ਵਿਖੇ ਸਫਲਤਾਪੂਰਵਕ ਮੁਕੰਮਲ ਹੋਈਆਂ ਨੇ। ਬਹੁਤ ਹੀ ਸ਼ਾਨਦਾਰ ਆਯੋਜਨ ਜਾਪਾਨ ਦੇਸ਼ ਦੇ ਟੋਕੀਓ ਸ਼ਹਿਰ ਨੇ ਕਰਕੇ ਵਿਖਾਇਆ। ਐਤਕੀ ਦੀਆਂ ਖੇਡਾਂ ਬਾਰੇ ਕੁਝ ਖਾਸ ਗੱਲਾਂ ਨੋਟ ਕਰਨ ਵਾਲੀਆਂ ਨੇ, ਜਿਨ੍ਹਾਂ ਵੱਲ ਜ਼ਰੂਰ ਧਿਆਨ ਦਿਓ ਕਿ ਐਤਕੀ ਦੀਆਂ ਖੇਡਾਂ ਵਿੱਚ ਸਪੋਰਟਸਮੈਨਸ਼ਿਪ, ਖੇਡ ਭਾਵਨਾ ਬਹੁਤ ਵਧੀਆ ਢੰਗ ਨਾਲ ਨਜ਼ਰ ਆਈ। ਖਿਡਾਰੀ ਇੱਕ ਦੂਜੇ ਦੇ ਨਾਲ ਪੂਰੇ ਮਾਣ ਸਤਿਕਾਰ ਅਦਬ ਦੇ ਨਾਲ ਪੇਸ਼ ਆਏ ਅਤੇ ਇੱਕ ਦੂਜੇ ਦੇ ਪ੍ਰਤੀ ਜੋ ਰਿਸਪੈਕਟ, ਜੋ ਇੱਜ਼ਤ ਵਿਖਾਈ, ਉਹ ਬਹੁਤ ਵੇਖਣਯੋਗ ਸੀ। ਬਹੁਤ ਸ਼ਲਾਘਾ ਉਹਦੀ ਕਰਨੀ ਬਣਦੀ ਹੈ। ਖੇਡਾਂ ਦੌਰਾਨ ਕੋਈ ਵਿਵਾਦ, ਕੋਈ ਰੌਲਾ ਰੱਪਾ, ਕਿਸੇ ਕਿਸਮ ਦੀ ਕੋਈ ਕੰਟਰੋਵਰਸੀ ਬਿਲਕੁਲ ਨਹੀਂ ਹੋਈ। ਜੋ ਵੀ ਨਤੀਜੇ ਐਲਾਨੇ ਗਏ, ਉਹਨਾਂ ਨੂੰ ਹਰ ਇੱਕ ਨੇ ਖਿੜੇ ਮੱਥੇ ਪ੍ਰਵਾਨ ਕੀਤਾ। ਇੱਕ ਹੋਰ ਬਹੁਤ ਅਹਿਮ ਚੀਜ਼ ਐਤਕੀ ਦੀਆਂ ਖੇਡਾਂ ਬਾਰੇ ਇਹ ਸੀ ਕਿ ਐਤਕੀ ਖੇਡਾਂ ਵਿੱਚ ਔਰਤਾਂ ਦੀ ਹਿੱਸੇਦਾਰੀ ਹੁਣ ਤੱਕ ਦੇ ਕਿਸੇ ਵੀ ਓਲੰਪਿਕ ਨਾਲੋਂ ਜ਼ਿਆਦਾ ਹੋਈ ਅਤੇ ਔਰਤਾਂ ਨੇ ਜਿੰਨੇ ਮੈਡਲ ਐਤਕੀ ਜਿੱਤੇ, ਪਿਛਲੇ ਕਿਸੇ ਵੀ ਆਯੋਜਨ ਵਿੱਚ ਨਹੀਂ ਸੀ ਜਿੱਤੇ। ਕੁੱਲ ਮਿਲਾ ਕੇ ਖੇਡਾਂ ਬਹੁਤ ਹੀ ਯਾਦਗਾਰ ਸਨ ਅਤੇ 16 ਦਿਨ ਖੂਬ ਰੌਣਕ ਲੱਗੀ ਰਹੀ। ਜੇ ਕਮੀ ਦੀ ਗੱਲ ਕਰੀਏ ਤਾਂ ਸਿਰਫ ਇੱਕੋ ਹੀ ਕਮੀ ਸੀ, ਸ਼ਾਇਦ ਉਹ ਸੀ ਦਰਸ਼ਕਾਂ ਦੀ, ਕਿ ਸਟੇਡੀਅਮ ਦੇ ਵਿੱਚ ਦਰਸ਼ਕ ਹਾਜ਼ਰ ਨਹੀਂ ਹੋ ਸਕੇ। ਪਰ ਫਿਰ ਵੀ ਦਰਸ਼ਕਾਂ ਨੇ ਜੋ ਆਨੰਦ ਮਾਣਿਆ, ਉਹ ਤੋਂ ਪਤਾ ਲੱਗਦਾ ਕਿ ਖੇਡਾਂ ਬੇਹੱਦ ਸਫਲ ਸਾਬਤ ਹੋਈਆਂ ਨੇ। ਹੁਣ ਗੱਲ ਕਰਦੇ ਹਾਂ ਮੈਡਲਾਂ ਦੀ, ਜਾਂ ਖੇਡਾਂ ਵਿੱਚ ਹਿੱਸਾ ਲੈ ਕੇ ਆਏ ਦੇਸ਼ਾਂ ਦੀ, ਅਤੇ ਖਾਸ ਤੌਰ 'ਤੇ ਸਾਡੇ ਭਾਰਤ ਦੇਸ਼ ਦੀ ਗੱਲ ਡਿਟੇਲ ਵਿੱਚ ਕਰਾਂਗੇ। ਤੁਹਾਨੂੰ ਦੱਸਾਂਗੇ ਕਿ ਭਾਰਤ ਦੇ ਕੀ ਹਾਲਾਤ ਰਹੇ। ਜੋ ਦਰਸ਼ਕ ਸਾਡਾ ਚੈਨਲ ਲਗਾਤਾਰ ਵੇਖਦੇ ਨੇ, ਤੁਹਾਨੂੰ ਯਾਦ ਹੋਣਾ ਕਿ ਓਲੰਪਿਕ ਖੇਡਾਂ ਸ਼ੁਰੂ ਹੋਣ ਤੋਂ ਐਨ ਪਹਿਲਾਂ, ਠੀਕ ਖੇਡਾਂ ਦੇ ਸ਼ੁਰੂ ਹੋਣ ਵੇਲੇ ਅਸੀਂ ਇੱਕ ਐਪੀਸੋਡ ਓਲੰਪਿਕ ਖੇਡਾਂ ਬਾਰੇ ਬਣਾ ਕੇ ਤੁਹਾਡੇ ਲਈ ਲਿਆਂਦਾ ਸੀ, ਜਿਹਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਭਾਰਤ ਦੇਸ਼ ਦੇ ਕਿੰਨੇ ਕੁ ਮੈਡਲ ਆਉਣ ਦੀ ਸੰਭਾਵਨਾ ਹੈ ਅਤੇ ਮੈਡਲ ਸੂਚੀ ਵਿੱਚ ਪਹਿਲੇ 5 ਸਥਾਨਾਂ ਵਿੱਚ ਕਿਹੜੇ ਦੇਸ਼ ਆਉਣਗੇ। ਜੇ ਤੁਸੀਂ ਉਹ ਐਪੀਸੋਡ ਨਹੀਂ ਵੇਖਿਆ ਤਾਂ ਇੱਕ ਵਾਰੀ ਤੁਹਾਨੂੰ ਉਹਦੀ ਛੋਟੀ ਜਿਹੀ ਝਲਕ ਵਿਖਾ ਦਿੰਦੇ ਹਾਂ। ਕਰੀਏ ਤਾਂ ਸਭ ਤੋਂ ਪਹਿਲਾਂ ਜਿਹੜੇ ਨਾਂ ਆਉਂਦੇ ਨੇ ਉਹਨਾਂ ਵਿੱਚ ਉਹੀ ਹੋਣਗੇ: ਅਮਰੀਕਾ, ਚਾਈਨਾ, ਰਸ਼ੀਆ ਅਤੇ ਗ੍ਰੇਟ ਬ੍ਰਿਟੇਨ। ਕਰੀਏ ਜਿਨ੍ਹਾਂ ਖਿਡਾਰੀਆਂ ਤੋਂ ਮੈਡਲ ਦੀ ਆਸ ਹੈ ਤਾਂ ਉਹਨਾਂ ਵਿੱਚ ਸਭ ਤੋਂ ਪਹਿਲਾਂ ਨਾਂ ਆਊਗਾ ਭਾਰਤ ਦੀ ਹਾਕੀ ਟੀਮ, ਕੁਸ਼ਤੀ ਵਿੱਚ ਬਜਰੰਗ ਪੂਨੀਆ, ਐਥਲੈਟਿਕਸ ਦੇ ਵਿੱਚ ਨੀਰਜ ਚੋਪੜਾ ਅਤੇ ਵੇਟ ਲਿਫਟਿੰਗ ਵਿੱਚ ਮੀਰਾਬਾਈ ਚਾਨੂ। ਕੁੱਲ ਮਿਲਾ ਕੇ ਐਤਕੀ ਦੇ ਓਲੰਪਿਕ ਖੇਡਾਂ ਵਿੱਚ ਭਾਰਤ ਦੇ ਮੈਡਲ 4 ਤੋਂ ਲੈ ਕੇ 8 ਜਾਂ 9 ਦੇ ਦਰਮਿਆਨ ਰਹਿਣ ਦੀ ਸੰਭਾਵਨਾ ਹੈ। ਪਰ ਇਹ ਝਲਕ ਦਿਖਾਉਣ ਦਾ ਮਕਸਦ ਇਹ ਨਹੀਂ ਕਿ ਅਸੀਂ ਆਪਣੇ ਆਪ ਨੂੰ ਸ਼ਾਬਾਸ਼ੀ ਦੇ ਰਹੇ ਹਾਂ ਜਾਂ ਇਹ ਕਹਿ ਰਹੇ ਹਾਂ ਕਿ ਜੋ ਅਸੀਂ ਕਿਹਾ ਸੀ ਬਿਲਕੁਲ ਉੱਦਾਂ ਹੀ ਹੋਇਆ। ਮਕਸਦ ਇਹ ਤੁਹਾਨੂੰ ਦੱਸਣਾ ਹੈ ਕਿ ਖੇਡਾਂ ਦਾ ਜੋ ਰੁਝਾਨ ਚੱਲਦਾ ਹੈ, ਉਹਦੇ ਰਾਹੀਂ ਇਹ ਚੀਜ਼ ਪਹਿਲਾਂ ਹੀ ਸਮਝੀ ਜਾ ਸਕਦੀ ਹੈ ਕਿ ਕੀ ਹੋਣ ਦੀ ਸੰਭਾਵਨਾ ਹੈ। ਇਹ ਟ੍ਰੈਂਡ ਜੋ ਚੱਲਦਾ ਆ ਰਿਹਾ, ਜੋ ਰੁਝਾਨ ਚੱਲਦਾ ਆ ਰਿਹਾ, ਉੱਥੋਂ ਇਹ ਚੀਜ਼ਾਂ ਪਹਿਲਾਂ ਹੀ ਸਪਸ਼ਟ ਹੋ ਜਾਂਦੀਆਂ। USA ਯਾਨੀ ਅਮਰੀਕਾ ਦੀ ਟੀਮ ਖੇਡਾਂ ਵਿੱਚ ਪਹਿਲੇ ਨੰਬਰ ਉੱਤੇ ਆਈ ਹੈ। ਆਖਰੀ ਦਿਨ ਦੀਆਂ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਅਮਰੀਕਾ ਦੂਜੇ ਨੰਬਰ 'ਤੇ ਸੀ, ਪਰ ਆਖਰੀ ਦਿਨ ਅਮਰੀਕਾ ਨੇ ਸੋਨੇ ਦੇ ਮੈਡਲ ਜਿੱਤ ਕੇ ਚੀਨ ਨੂੰ ਪਿੱਛੇ ਕਰ ਦਿੱਤਾ। ਚੀਨ ਖੇਡਾਂ ਵਿੱਚ ਦੂਜੇ ਨੰਬਰ ਉੱਤੇ ਆਇਆ, ਜਦਕਿ ਮੇਜ਼ਬਾਨ ਦੇਸ਼ ਜਾਪਾਨ ਤੀਜੇ ਨੰਬਰ ਉੱਤੇ ਰਿਹਾ। ਇਸ ਤੋਂ ਬਾਅਦ ਚੌਥੇ ਨੰਬਰ ਉੱਤੇ ਗ੍ਰੇਟ ਬ੍ਰਿਟੇਨ ਅਤੇ 5ਵੇਂ ਨੰਬਰ ਉੱਤੇ ਰਸ਼ੀਅਨ ਓਲੰਪਿਕ ਕਮੇਟੀ ਯਾਨੀ ROC, ਰੂਸ ਦੀਆਂ ਟੀਮਾਂ ਆਈਆਂ ਨੇ। ਹੁਣ ਗੱਲ ਕਰੀਏ ਭਾਰਤ ਦੇਸ਼ ਦੀ। ਸਾਡਾ ਇੰਡੀਆ ਇਹਨਾਂ ਓਲੰਪਿਕ ਖੇਡਾਂ ਵਿੱਚ 48ਵੇਂ ਨੰਬਰ ਉੱਤੇ ਆਇਆ, 48th ਪਲੇਸ। ਸਾਡੇ ਦੇਸ਼ ਨੇ 1 ਸੋਨੇ ਦਾ ਮੈਡਲ ਜਿੱਤਿਆ, 2 ਚਾਂਦੀ ਦੇ ਮੈਡਲ ਜਿੱਤੇ ਨੇ ਅਤੇ 4 ਕਾਂਸੇ ਦੇ ਬ੍ਰੌਂਜ਼ ਮੈਡਲ ਜਿੱਤੇ ਨੇ। ਕੁੱਲ ਭਾਰਤ ਦੇ ਖਾਤੇ 7 ਮੈਡਲ ਆਏ ਨੇ ਅਤੇ ਸਾਡੇ ਦੇਸ਼ ਵਿੱਚ ਜ਼ਿਆਦਾ ਖੁਸ਼ੀ ਇਸ ਗੱਲ ਨੂੰ ਲੈ ਕੇ ਹੈ ਕਿ ਭਾਰਤ ਨੇ ਓਲੰਪਿਕ ਖੇਡਾਂ ਵਿੱਚ ਕਦੀ ਵੀ 7 ਮੈਡਲ ਨਹੀਂ ਸੀ ਜਿੱਤੇ। ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਸਾਬਤ ਹੋਇਆ। ਭਾਰਤ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਸਾਬਤ ਹੋਣ ਦੇ ਬਾਵਜੂਦ ਇਹ ਗੱਲ ਬੇहद ਗੰਭੀਰਤਾ ਨਾਲ ਸੋਚਣੀ ਬਣਦੀ ਹੈ ਕਿ ਕੀ ਇੰਨਾ ਕਾਫੀ ਹੈ। ਇੱਕ ਦੇਸ਼ ਜਿਹਦੀ ਆਬਾਦੀ 150 ਕਰੋੜ ਦੇ ਲਾਗੇ ਪਹੁੰਚ ਰਹੀ ਹੈ, ਕਿ ਵਾਕਈ ਇਹ ਇੰਨੀ ਖੁਸ਼ੀ ਦੀ ਗੱਲ ਹੈ ਜਾਂ ਸਾਨੂੰ ਇਸ ਤੋਂ ਹੋਰ ਬਿਹਤਰ ਪ੍ਰਦਰਸ਼ਨ ਕਰਨਾ ਚਾਹੀਦਾ ਸੀ। ਹੁਣ ਜ਼ਰਾ ਖੇਡਾਂ ਦੀ ਮੈਡਲ ਸੂਚੀ ਨੂੰ ਧਿਆਨ ਨਾਲ ਦੇਖੀਏ। ਭਾਰਤ ਦੇ ਹਾਣ ਦੇ ਦੇਸ਼ ਉਹਨੇ ਅਮਰੀਕਾ, ਚਾਈਨਾ,
ग्रेट ब्रिटेन, रशिया। ये भारत के लेवल के देश आ, आबादी पक्षों, साधना पक्षों ਅਤੇ ਖੇਤਰਫਲ ਪੱਖੋਂ ਇਹ ਪਹਿਲੇ 5 ਵਿੱਚ ਆਉਂਦੇ ਆ ਓਲੰਪਿਕ ਖੇਡਾਂ ਦੇ, ਅਤੇ ਸਾਡਾ ਭਾਰਤ 48ਵੇਂ ਨੰਬਰ ਉੱਤੇ ਬੈਠਾ ਹੈ। ਤੁਸੀਂ ਇੱਕ ਵਾਰੀ ਓਲੰਪਿਕ ਖੇਡਾਂ ਦੀ ਮੈਡਲ ਸੂਚੀ ਪੂਰੀ ਖੋਲ੍ਹ ਕੇ ਵੇਖੋ, ਤੁਹਾਨੂੰ ਸਾਰੀ ਤਸਵੀਰ 1 ਮਿੰਟ ਵਿੱਚ ਕਲੀਅਰ ਹੋ ਜਾਣੀ ਹੈ ਕਿ ਭਾਰਤ ਦੇਸ਼ ਕਿੱਥੇ ਕੁ ਖੜਦਾ ਹੈ। ਅਸੀਂ ਇਹ ਕੰਮ ਤੁਹਾਡੇ ਲਈ ਅੰਕੜਿਆਂ ਸਮੇਤ ਕਰ ਰਹੇ ਹਾਂ। ਜ਼ਰਾ ਮੈਡਲ ਸੂਚੀ ਨੂੰ ਧਿਆਨ ਨਾਲ ਵੇਖਿਓ ਤੇ ਸੁਣਿਓ। ਕਈ ਦੇਸ਼ ਐਸੇ ਵੀ ਹੋਣਗੇ ਜਿਨ੍ਹਾਂ ਦੇ ਬਾਰੇ ਸ਼ਾਇਦ ਦਰਸ਼ਕਾਂ ਨੇ ਬਹੁਤ ਘੱਟ ਸੁਣਿਆ ਹੋਣਾ, ਪਰ ਇਹ ਸਾਰੇ ਦੇਸ਼ ਮੈਡਲ ਸੂਚੀ ਵਿੱਚ ਭਾਰਤ ਤੋਂ ਉੱਪਰ ਨੇ। ਇਹਨਾਂ ਨੇ ਭਾਰਤ ਦੇ ਨਾਲੋਂ ਜ਼ਿਆਦਾ ਮੈਡਲ ਜਿੱਤੇ ਨੇ। ਇਹ ਸੂਚੀ ਵਿੱਚ ਪਹਿਲਾ ਨਾਂ ਆਉਂਦਾ ਹੈ ਇੱਕ ਛੋਟਾ ਜਿਹਾ ਦੇਸ਼ ਹੈ ਕਿਊਬਾ, ਜੋ ਕਿ ਓਲੰਪਿਕ ਖੇਡਾਂ ਦੀ ਮੈਡਲ ਸੂਚੀ ਵਿੱਚ 14ਵੇਂ ਨੰਬਰ ਉੱਤੇ ਆਇਆ। ਕਿਊਬਾ ਇੱਕ ਛੋਟਾ ਜਿਹਾ ਟਾਪੂ ਦੇਸ਼ ਹੈ ਅਤੇ ਇਸੇ ਕਿਊਬਾ ਦੇ ਦੇਸ਼ ਨੇ ਇਹਨਾਂ ਓਲੰਪਿਕ ਖੇਡਾਂ ਵਿੱਚ ਕੁੱਲ 7 ਗੋਲਡ ਮੈਡਲ ਜਿੱਤੇ ਨੇ, 7 ਗੋਲਡ ਮੈਡਲਸ, ਅਤੇ ਟੋਟਲ ਕੁੱਲ ਮਿਲਾ ਕੇ ਇਹਨਾਂ ਨੇ 18 ਮੈਡਲ ਜਿੱਤੇ ਨੇ। ਇਸ ਤੋਂ ਬਾਅਦ ਅਫਰੀਕਾ ਤੇ ਮਹਾਂਦੀਪ ਦਾ ਇੱਕ ਬਹੁਤ ਹੀ ਗੁਰਬਤ ਮਾਰਿਆ ਦੇਸ਼ ਹੈ ਕੀਨੀਆ। ਉਸ ਕੀਨੀਆ ਦੇਸ਼ ਨੇ ਵੀ ਖੇਡਾਂ ਵਿੱਚ 4 ਗੋਲਡ ਮੈਡਲ ਜਿੱਤੇ ਨੇ ਅਤੇ ਕੁੱਲ ਮਿਲਾ ਕੇ ਕੀਨੀਆ ਵਾਲੇ ਖੇਡਾਂ ਤੋਂ 25 ਮੈਡਲ ਜਿੱਤ ਕੇ ਗਏ ਨੇ। ਛੋਟਾ ਜਿਹਾ ਦੇਸ਼ ਕੀਨੀਆ 25 ਮੈਡਲ ਜਿੱਤ ਕੇ ਗਿਆ। ਇੱਕ ਹੋਰ ਦੇਸ਼ ਹੈ ਓਲੰਪਿਕ ਖੇਡਾਂ ਦੀ ਮੈਡਲ ਸੂਚੀ ਵਿੱਚ ਜਿਹਦੇ ਬਾਰੇ ਸ਼ਾਇਦ ਦਰਸ਼ਕਾਂ ਨੇ ਬਹੁਤ ਘੱਟ ਸੁਣਿਆ ਹੋਣਾ, ਇਹਦਾ ਨਾਮ ਵੀ ਤੁਸੀਂ ਸ਼ਾਇਦ ਨਾ ਸੁਣਿਆ ਹੋਵੇ। ਇਹ ਦੇਸ਼ ਹੈ ਯੂਰਪ ਦਾ ਛੋਟਾ ਜਿਹਾ ਦੇਸ਼ ਜਾਰਜੀਆ। 2 ਸੋਨੇ ਦੇ ਮੈਡਲ ਜਿੱਤੇ ਨੇ ਅਤੇ ਕੁੱਲ 8 ਮੈਡਲ ਇਹ ਜਿੱਤ ਕੇ ਗਿਆ। ਭਾਰਤ ਤੋਂ ਜ਼ਿਆਦਾ ਸੋਨੇ ਦੇ ਮੈਡਲ ਅਤੇ ਭਾਰਤ ਤੋਂ ਜ਼ਿਆਦਾ ਕੁੱਲ ਮੈਡਲ ਜਾਰਜੀਆ ਦੇਸ਼, ਛੋਟਾ ਜਿਹਾ ਦੇਸ਼ ਜਿੱਤ ਗਿਆ। ਇਹ ਜੋ ਦੇਸ਼ ਹੈ ਜਾਰਜੀਆ, ਇਹਦੇ ਬਾਰੇ ਨੋਟ ਕਰੋ ਕਿ ਇਹਨਾਂ ਦੇ ਦੇਸ਼ ਦੀ ਪੂਰੀ ਆਬਾਦੀ ਸਿਰਫ 37 ਲੱਖ ਹੈ। 37 ਲੱਖ ਦੀ ਆਬਾਦੀ ਵਾਲਾ ਦੇਸ਼ ਭਾਰਤ ਤੋਂ ਜ਼ਿਆਦਾ ਮੈਡਲ ਜਿੱਤ ਕੇ ਗਿਆ। ਹੋਰ ਛੋਟਾ ਜਿਹਾ ਟਾਪੂ ਵਰਗਾ ਦੇਸ਼ ਹੈ ਜਿਹਦਾ ਨਾਂ ਹੈ ਬਹਾਮਾਸ। ਬਹਾਮਾਸ ਇੱਕ ਆਈਲੈਂਡ ਦੇਸ਼ ਹੈ, ਟਾਪੂ ਦੇਸ਼ ਹੈ। 2 ਗੋਲਡ ਮੈਡਲ ਜਿੱਤੇ ਨੇ। ਇਹਦੀ ਕੁੱਲ ਆਬਾਦੀ ਸਿਰਫ 3 ਲੱਖ ਹੈ। ਅਤੇ ਯੂਰਪ ਦਾ ਇੱਕ ਹੋਰ ਛੋਟਾ ਜਿਹਾ ਦੇਸ਼ ਹੈ ਜਿਹਦਾ ਨਾਂ ਹੈ ਕੋਸੋਵੋ। ਕੋਸੋਵੋ ਦੇਸ਼ ਵੀ ਖੇਡਾਂ ਵਿੱਚ 2 ਗੋਲਡ ਮੈਡਲ ਜਿੱਤ ਕੇ ਗਿਆ। ਸਾਡੇ ਏਸ਼ੀਆ ਦੇ ਖਿੱਤੇ ਵਿੱਚ ਹੀ ਪੈਂਦਾ ਦੇਸ਼ ਤਾਈਵਾਨ। ਤਾਈਵਾਨ ਵੀ 2 ਗੋਲਡ ਮੈਡਲ ਜਿੱਤ ਕੇ ਗਿਆ ਅਤੇ ਕੁੱਲ ਮਿਲਾ ਕੇ ਤਾਈਵਾਨ ਵਾਲਿਆਂ ਨੇ 12 ਮੈਡਲ ਐਤਕੀ ਓਲੰਪਿਕ ਖੇਡਾਂ ਵਿੱਚ ਜਿੱਤੇ ਨੇ। ਸੋ ਇਹ ਸਾਰੇ ਦੇਸ਼ ਕਿਊਬਾ, ਕੀਨੀਆ, ਜਾਰਜੀਆ, ਤਾਈਵਾਨ, ਬਹਾਮਾਸ ਅਤੇ ਕੋਸੋਵੋ ਇਹ ਖੇਡਾਂ ਵਿੱਚ ਭਾਰਤ ਤੋਂ ਅੱਗੇ ਸਾਬਤ ਹੋਏ ਨੇ। ਇਹਨਾਂ ਸਾਰਿਆਂ ਦੀ ਆਬਾਦੀ ਮਿਲ ਕੇ ਵੀ ਭਾਰਤ ਦੀ ਅੱਧੀ ਆਬਾਦੀ ਵੀ ਨਹੀਂ ਬਣਦੀ, ਪਰ ਇਹ ਮੈਡਲ ਭਾਰਤ ਤੋਂ ਜ਼ਿਆਦਾ ਜਿੱਤ ਕੇ ਗਏ ਨੇ, ਜ਼ਿਆਦਾ ਕਾਮਯਾਬ ਸਾਬਤ ਹੋਏ ਨੇ। ਸੋ ਇਹ ਦੇਸ਼ ਤਾਂ ਭਾਰਤ ਤੋਂ ਅੱਗੇ ਨਿਕਲ ਗਏ। ਹੁਣ ਭਾਰਤ ਜਿਨ੍ਹਾਂ ਦੇਸ਼ਾਂ ਦੇ ਨਾਲ ਖੜਿਆ, ਜਿਨ੍ਹਾਂ ਦੇ ਬਰਾਬਰ ਸਾਬਤ ਹੋਇਆ, ਉਹਨਾਂ ਦੇਸ਼ਾਂ ਦੇ ਨਾਮ ਵੀ ਸੁਣ ਲਓ। ਹਾਂਗਕਾਂਗ ਛੋਟਾ ਜਿਹਾ ਦੇਸ਼ ਹੈ। ਯੂਰਪ ਦਾ ਇੱਕ ਦੇਸ਼ ਹੈ ਲੈਟਵੀਆ। ਏਸ਼ੀਆ ਦਾ ਇੱਕ ਹੋਰ ਜ਼ਿਆਦਾ ਡਿਵੈਲਪਡ ਦੇਸ਼ ਨਹੀਂ, ਪਰ ਫਿਰ ਵੀ ਭਾਰਤ ਦੇ ਬਰਾਬਰ ਖੜ ਗਿਆ, ਉਹਦਾ ਨਾਮ ਹੈ ਫਿਲੀਪੀਨਸ। ਅਫਰੀਕਾ ਦਾ ਇੱਕ ਪਛੜਿਆ ਦੇਸ਼ ਇਥੀਓਪੀਆ। ਫਿਜੀ ਇੱਕ ਛੋਟਾ ਜਿਹਾ ਆਈਲੈਂਡ, ਛੋਟਾ ਜਿਹਾ ਟਾਪੂ ਵਰਗਾ ਦੇਸ਼ ਹੈ ਜਿਹਦੀ ਕੁੱਲ ਆਬਾਦੀ 9 ਲੱਖ ਦੇ ਆਸ-ਪਾਸ ਹੈ। ਉਹ ਫਿਜੀ ਵੀ ਭਾਰਤ ਦੇ ਬਰਾਬਰ ਖੜਿਆ ਹੈ ਓਲੰਪਿਕ ਖੇਡਾਂ ਵਿੱਚ। ਅਤੇ ਸਭ ਤੋਂ ਜ਼ਿਆਦਾ ਹੈਰਾਨੀ ਤੁਹਾਨੂੰ ਇਹ ਨਾਂ ਸੁਣ ਕੇ ਹੋਣੀ ਆ, ਬਰਮੂਡਾ ਆਈਲੈਂਡ। ਬਰਮੂਡਾ ਆਈਲੈਂਡ ਜਿਹਦੀ ਕੁੱਲ ਆਬਾਦੀ ਸਿਰਫ 63,000 ਹੈ। ਇਹ ਵੀ ਖੇਡਾਂ ਵਿੱਚ 1 ਗੋਲਡ ਮੈਡਲ ਜਿੱਤ ਗਿਆ, ਯਾਨੀ ਭਾਰਤ ਦੇਸ਼ ਇਹਨਾਂ ਦੇ ਬਰਾਬਰ ਆ। ਆਹ ਜੋ ਦੇਸ਼ ਹੁਣ ਮੈਂ ਤੁਹਾਨੂੰ ਦੱਸੇ, ਹਾਂਗਕਾਂਗ, ਲੈਟਵੀਆ, ਫਿਲੀਪਾਈਨਸ, ਇਥੀਓਪੀਆ, ਫਿਜੀ, ਬਰਮੂਡਾ, ਇਹ ਉਹ ਦੇਸ਼ ਨੇ ਜਿਨ੍ਹਾਂ ਦੇ ਬਰਾਬਰ ਭਾਰਤ ਖੜਿਆ, ਇਹਨਾਂ ਦੇ ਬਰਾਬਰ ਹੀ ਮੈਡਲ ਸੂਚੀ ਵਿੱਚ ਆ ਸਕਿਆ। ਕਿ ਖੇਡਾਂ ਖਤਮ ਹੋਣ ਤੋਂ ਐਨ ਪਹਿਲਾਂ ਨੀਰਜ ਚੋਪੜਾ ਨੇ ਜੈਵਲਿਨ ਥਰੋ ਦੇ ਵਿੱਚ ਭਾਰਤ ਨੂੰ ਗੋਲਡ ਮੈਡਲ ਦਿਵਾ ਦਿੱਤਾ। ਜੇ ਉਹ ਗੋਲਡ ਮੈਡਲ ਨਾ ਆਉਂਦਾ ਤਾਂ ਭਾਰਤ ਨੇ ਮੈਡਲ ਸੂਚੀ ਵਿੱਚ ਹੋਰ ਵੀ ਹੇਠਾਂ ਆਉਣਾ ਸੀ। ਜੇ ਨੀਰਜ ਚੋਪੜਾ ਦਾ ਗੋਲਡ ਮੈਡਲ ਨਾ ਆਉਂਦਾ ਤਾਂ ਭਾਰਤ ਨੇ ਕਿਹਨਾਂ ਦੇਸ਼ਾਂ ਦੇ ਬਰਾਬਰ ਸਾਬਤ ਹੋਣਾ ਸੀ, ਉਹਨਾਂ ਦੇ ਨਾਮ ਵੀ ਇੱਕ ਵਾਰੀ ਸੁਣ ਲਓ। ਮੰਗੋਲੀਆ, ਸੈਨ ਮਰੀਨੋ। ਸੈਨ ਮਰੀਨੋ ਇੱਕ ਛੋਟਾ ਜਿਹਾ ਦੇਸ਼ ਹੈ ਯੂਰਪ ਦਾ। ਲਿਥੁਏਨੀਆ ਯੂਰਪ ਦਾ ਇੱਕ ਛੋਟਾ ਜਿਹਾ ਦੇਸ਼। ਨਾਰਥ ਮੈਸੇਡੋਨੀਆ ਫਿਰ ਇੱਕ ਛੋਟਾ ਜਿਹਾ ਦੇਸ਼। ਬੋਤਸਵਾਨਾ, ਬੁਰਕੀਨਾ ਫਾਸੋ, ਗ੍ਰੇਨਾਡਾ, ਮੋਲਡੋਵਾ। ਸੋ ਅਜਿਹੇ ਵਿੱਚ ਹੁਣ ਕੀ ਕਰਨਾ ਚਾਹੀਦਾ? ਸਭ ਤੋਂ ਪਹਿਲਾਂ ਭਾਰਤ ਨੂੰ ਆਪਣੇ ਓਲੰਪਿਕ ਖੇਡਾਂ ਦੇ ਢਾਂਚੇ ਵੱਲ ਅਤੇ ਦੇਸ਼ ਦੇ ਸਿਸਟਮ ਬਾਰੇ ਸੋਚਣਾ ਬੇਹੱਦ ਜ਼ਰੂਰੀ ਹੈ। ਸਭ ਤੋਂ ਵੱਡੀ ਮਿਸਾਲ, ਜੇ ਭਾਰਤ ਨੇ ਖੇਡਾਂ ਵਿੱਚ ਅੱਗੇ ਵਧਣਾ, ਓਲੰਪਿਕ ਵਿੱਚ ਕਾਮਯਾਬੀ ਹਾਸਲ ਕਰਨੀ ਹੈ, ਤਾਂ ਇੱਕ ਦੇਸ਼ ਤੋਂ ਸਿੱਖਣਾ ਪੈਣਾ ਕਿ ਉਹ ਦੇਸ਼ ਕਿਵੇਂ ਤਿਆਰੀ ਕਰਦਾ ਹੈ ਅਤੇ ਕਿਵੇਂ ਖੇਡਾਂ ਵਿੱਚ ਅੱਗੇ ਵੱਧਦਾ ਹੈ। ਉਹ ਦੇਸ਼ ਹੈ ਆਸਟ੍ਰੇਲੀਆ। ਆਸਟ੍ਰੇਲੀਆ ਇੱਕ ਐਸਾ ਦੇਸ਼ ਹੈ ਜੋ ਹਰ ਖੇਡ ਵਿੱਚ ਹਿੱਸਾ ਲੈਂਦਾ ਅਤੇ ਜਿੱਤਦੇ ਵੀ ਆ। ਇੱਕ ਵਾਰੀ ਫਿਰ ਗੱਲ ਆਬਾਦੀ ਦੀ ਕਰ ਲੈਂਦੇ ਹਾਂ। ਆਸਟ੍ਰੇਲੀਆ ਦੀ ਕੁੱਲ ਆਬਾਦੀ ਤਕਰੀਬਨ 2.5 ਕਰੋੜ ਹੈ। ਆਸਟ੍ਰੇਲੀਆ ਦਾ ਏਰੀਆ, ਖੇਤਰਫਲ ਭਾਰਤ ਨਾਲੋਂ ਵੱਡਾ ਹੈ, ਪਰ ਆਬਾਦੀ ਭਾਰਤ ਨਾਲੋਂ ਕਿਤੇ ਥੋੜ੍ਹੀ ਹੈ। ਸਾਡੇ ਦੇਸ਼ ਦੀ 150 ਕਰੋੜ ਦੇ ਆਸ-ਪਾਸ ਪਹੁੰਚ ਰਹੀ ਹੈ ਅਤੇ ਆਸਟ੍ਰੇਲੀਆ ਹਾਲੇ ਸਿਰਫ 2.5 ਕਰੋੜ ਦੀ ਆਬਾਦੀ, ਅਤੇ ਫਿਰ ਵੀ
ਖੇਡਾਂ ਵਿੱਚ ਇਉਂ ਲੱਗਦਾ ਕਿ ਆਸਟ੍ਰੇਲੀਆ ਵਿੱਚ ਲਗਾਤਾਰ ਖਿਡਾਰੀ ਪੈਦਾ ਹੋ ਰਹੇ ਨੇ, ਹਰ ਖੇਡ ਵਿੱਚ ਅੱਗੇ ਵਧ ਰਹੇ ਨੇ। ਤੁਸੀਂ ਖੇਡ ਦਾ ਨਾਂ ਲਵੋ ਤੇ ਆਸਟ੍ਰੇਲੀਆ ਤੁਹਾਨੂੰ ਉਹ 'ਚ ਜ਼ਰੂਰ ਨਜ਼ਰ ਆਊਗਾ। ਆਸਟ੍ਰੇਲੀਆ ਖੇਡਾਂ ਵਿੱਚ ਐਤਕੀ ਕਿੰਨਾ ਕਾਮਯਾਬ ਹੋਇਆ, ਇਸ ਦੀ ਮਿਸਾਲ ਤੁਹਾਨੂੰ ਇੱਥੋਂ ਮਿਲ ਜਾਂਦੀ ਹੈ ਕਿ ਆਸਟ੍ਰੇਲੀਆ ਦੀ ਇੱਕ ਇਕੱਲੀ ਖਿਡਾਰਨ ਜਿਹਦਾ ਨਾਂ ਹੈ ਐਮੀ ਮੈਕਕੀਓਨ। ਐਮੀ ਮੈਕਕੀਓਨ ਆਸਟ੍ਰੇਲੀਆ ਦੀ ਸਵਿਮਰ ਹੈ, ਤੈਰਾਕੀ ਦੇ ਵਿੱਚ ਇਸ ਇਕੱਲੀ ਖਿਡਾਰਨ ਨੇ 7 ਗੋਲਡ ਮੈਡਲ ਜਿੱਤੇ। ਐਤਕੀ ਇਕੱਲੀ ਨੇ 7 ਗੋਲਡ ਮੈਡਲ ਜਿੱਤ ਕੇ ਆਸਟ੍ਰੇਲੀਆ ਦੀ ਝੋਲੀ ਪਾ ਦਿੱਤੇ। ਸਾਡਾ ਪੂਰਾ ਦੇਸ਼, ਸਾਰੀਆਂ ਟੀਮਾਂ ਮਿਲ ਕੇ 1 ਗੋਲਡ ਮੈਡਲ ਜਿੱਤ ਸਕੀਆਂ ਅਤੇ ਆਸਟ੍ਰੇਲੀਆ ਦੀ ਇੱਕ ਇਕੱਲੀ ਖਿਡਾਰਨ ਨੇ 7 ਗੋਲਡ ਮੈਡਲ ਜਿੱਤ ਕੇ ਇੱਕ ਨਵਾਂ ਰਿਕਾਰਡ ਬਣਾ ਦਿੱਤਾ। ਇਸੇ ਕਰਕੇ ਆਸਟ੍ਰੇਲੀਆ ਲਗਾਤਾਰ ਓਲੰਪਿਕ ਖੇਡਾਂ ਦੇ ਟੌਪ 10 ਵਿੱਚ ਪਹਿਲੇ 10 ਵਿੱਚ ਸ਼ਾਮਲ ਹੁੰਦਾ ਹੀ ਹੁੰਦਾ ਹੈ। ਤੇ ਆਉਣ ਵਾਲੇ ਸਮੇਂ ਵਿੱਚ ਇੱਕ ਚੀਜ਼ ਅੱਜ ਦੇ ਐਪੀਸੋਡ ਵਿੱਚ ਅਸੀਂ ਤੁਹਾਨੂੰ ਦੱਸ ਰਹੇ ਹਾਂ, ਨੋਟ ਕਰ ਲਓ। ਇਸ ਵੇਲੇ ਭਾਵੇਂ ਅਮਰੀਕਾ ਤੇ ਚਾਈਨਾ ਪਹਿਲੇ 2 ਨੰਬਰਾਂ ਤੇ ਆਉਂਦੇ ਨੇ, ਪਰ ਉਹ ਦਿਨ ਦੂਰ ਨਹੀਂ ਜਦੋਂ ਆਸਟ੍ਰੇਲੀਆ ਦੀ ਟੀਮ ਓਲੰਪਿਕ ਖੇਡਾਂ ਦੇ ਪਹਿਲੇ 3 ਥਾਵਾਂ ਉੱਤੇ ਵੀ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੋਊਗੀ। ਹੁਣ ਇੱਕ ਚੀਜ਼ ਵੱਲ ਧਿਆਨ ਦਿਓ ਕਿ ਓਲੰਪਿਕ ਖੇਡਾਂ ਖਤਮ ਹੋ ਗਈਆਂ ਨੇ। ਜਿਨ੍ਹਾਂ ਨੇ ਮੈਡਲ ਜਿੱਤੇ ਖਿਡਾਰੀਆਂ ਨੂੰ ਉਹਨਾਂ ਨੂੰ ਸ਼ਾਬਾਸ਼ ਦੇਣੀ ਬਣਦੀ ਹੈ, ਉਹਨਾਂ ਨੂੰ ਇਨਾਮ ਵੀ ਮਿਲਣੇ ਬਣਦੇ ਨੇ। ਉਹਨਾਂ ਨੂੰ ਇਸ ਵੇਲੇ ਮੀਡੀਆ ਵਿੱਚ ਕਵਰੇਜ ਮਿਲਣੀ ਵੀ ਜ਼ਰੂਰੀ ਹੈ ਤੇ ਮਿਲ ਵੀ ਰਹੀ ਹੈ। ਪਰ ਇੱਕ ਗੱਲ ਨੋਟ ਕਰ ਲਵੋ, ਇਹ ਕਵਰੇਜ ਇਸ ਵੇਲੇ ਤੱਤੇ ਘਾਈ ਹੈ। ਜਿੱਦਾਂ ਜਿੱਦਾਂ ਖੇਡਾਂ ਦਾ ਸਮਾਂ ਬੀਤਦਾ ਜਾਣਾ, ਉੱਦਾਂ ਇਹਨਾਂ ਖਿਡਾਰੀਆਂ ਨੂੰ ਲੋਕਾਂ ਨੇ ਫੇਰ ਭੁਲਾ ਦੇਣਾ। ਉਹ ਦਿਨ ਨਾ ਭੁੱਲੋ ਜਦੋਂ ਹਾਕੀ ਟੀਮ ਕਦੇ ਵੀ ਇਹਨਾਂ ਨੂੰ ਸਪਾਂਸਰਸ਼ਿਪ ਨਹੀਂ ਦਿੱਤੀ ਗਈ। ਉੜੀਸਾ, ਜਿਹਨੂੰ ਕਿ ਹੁਣ ਉੜੀਸਾ ਕਿਹਾ ਜਾਂਦਾ, ਉਸ ਸੂਬੇ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਆਪਣੇ ਵੱਲੋਂ, ਆਪਣੀ ਸਰਕਾਰ ਵੱਲੋਂ ਸਪਾਂਸਰ ਕੀਤਾ ਸੀ। ਅਤੇ ਜਦੋਂ ਕੋਈ ਵੀ ਕੰਪਨੀ, ਕੋਈ ਵੀ ਸਰਕਾਰ, ਕੋਈ ਵੀ ਲੀਡਰ ਹਾਕੀ ਟੀਮ ਦੇ ਨਾਲ ਨਹੀਂ ਸੀ ਖੜ ਰਿਹਾ, ਉਸ ਵੇਲੇ ਨਵੀਨ ਪਟਨਾਇਕ ਹਾਕੀ ਟੀਮ ਦੇ ਨਾਲ ਖੜੇ ਸੀ। ਪਰ ਇਹ ਮੁੱਖ ਮੰਤਰੀ ਕ੍ਰੈਡਿਟ ਲੈਣ ਲਈ ਮੋਹਰੇ ਨਹੀਂ ਆਏ। ਨਾ ਤਾਂ ਉਹਨਾਂ ਨੇ ਕੋਈ ਫੋਨ ਕਾਲ ਕਰਕੇ ਵੀਡੀਓ ਰਿਕਾਰਡਿੰਗ ਕੀਤੀ ਅਤੇ ਨਾ ਹੀ ਕੋਈ ਹੋਰ ਇਸੇ ਤਰ੍ਹਾਂ ਦਾ ਸ਼ੋਸ਼ਾ ਕੀਤਾ। ਇਹੀ ਹੁੰਦੀ ਹੈ ਅਸਲੀ ਸਮਰਥਕ ਦੀ ਪਛਾਣ, ਕਿ ਜੋ ਕ੍ਰੈਡਿਟ ਲੈਣ ਲਈ ਖੁਸ਼ੀ ਦੇ ਮੌਕੇ, ਸਫਲਤਾ ਵੇਲੇ, ਸੌਖੇ ਵੇਲੇ ਮੋਹਰੇ ਨਹੀਂ ਆਉਂਦਾ, ਔਖੇ ਵੇਲੇ ਨਾਲ ਖੜਦਾ ਹੈ। ਇਸ ਲਈ ਨਵੀਨ ਪਟਨਾਇਕ ਦਾ ਨਾਂ ਕਿਤੇ ਨਹੀਂ ਆ ਰਿਹਾ, ਨਾ ਮੀਡੀਆ ਉਹਨਾਂ ਦਾ ਨਾਂ ਲੈ ਰਿਹਾ ਅਤੇ ਨਾ ਹੀ ਕਿਸੇ ਹੋਰ ਪਾਸੇ ਉਹਨਾਂ ਦੇ ਨਾਂ ਦਾ ਜ਼ਿਕਰ ਹੋ ਰਿਹਾ। ਨੀਰਜ ਚੋਪੜਾ ਨੂੰ ਸਾਰੇ ਵਧਾਈਆਂ ਦੇ ਰਹੇ ਨੇ ਉਹਦੀ ਪ੍ਰਾਪਤੀ ਵੇਲੇ, ਉਹਦੇ ਚੰਗੇ ਵੇਲੇ ਹੁਣ ਸਾਰੇ ਉਹਦੇ ਨਾਲ ਆ ਖੜੇ ਨੇ। ਪਰ ਇੰਨੇ ਸਾਲਾਂ ਤੋਂ ਨੀਰਜ ਚੋਪੜਾ ਜਦੋਂ ਲਗਾਤਾਰ ਮਿਹਨਤ ਕਰ ਰਹੇ ਸੀ, ਉਸ ਵੇਲੇ ਸਾਡੇ ਦੇਸ਼ ਦੇ ਲੀਡਰ ਉਹਨਾਂ ਦੇ ਨਾਲ ਕਿੰਨਾ ਕੁ ਖੜੇ, ਇਹ ਵੀ ਸਾਨੂੰ ਚੇਤੇ ਰੱਖਣਾ ਚਾਹੀਦਾ ਹੈ। ਚੰਗੇ ਵੇਲੇ ਸਾਰੇ ਵਧਾਈਆਂ ਦੇਣ ਆ ਜਾਂਦੇ ਆ, ਚੰਗੇ ਵੇਲੇ ਸਾਰੇ ਨਾਲ ਫੋਟੋ ਖਿਚਾਉਣ ਆ ਜਾਂਦੇ ਆ, ਪਰ ਜਦੋਂ ਖਿਡਾਰੀ ਸੰਘਰਸ਼ ਕਰ ਰਿਹਾ ਹੁੰਦਾ, ਜਦੋਂ ਇੰਨੇ ਸਾਲਾਂ ਤੋਂ ਮਿਹਨਤ ਕਰ ਰਿਹਾ ਹੁੰਦਾ, ਉਸ ਵੇਲੇ ਸਾਡੇ ਦੇਸ਼ ਵਿੱਚ ਖਿਡਾਰੀਆਂ ਨੂੰ ਮਦਦ ਨਹੀਂ ਦਿੱਤੀ ਜਾਂਦੀ। ਇਹੀ ਚੀਜ਼ ਸਾਡੇ ਦੇਸ਼ ਨੂੰ ਖੇਡਾਂ ਵਿੱਚ ਪਿੱਛੇ ਕਰ ਰਹੀ ਹੈ। ਖੇਡਾਂ ਅਤੇ ਖਿਡਾਰੀਆਂ ਪ੍ਰਤੀ ਇਹ ਸੋਚ ਸਾਨੂੰ ਬਦਲਣੀ ਪੈਣੀ ਹੈ। ਖਿਡਾਰੀਆਂ ਨੂੰ ਲਗਾਤਾਰ ਖੇਡਾਂ ਤੋਂ ਪਹਿਲਾਂ ਵੀ ਉਹਨਾਂ ਵੱਲ ਧਿਆਨ ਦਿਓ, ਉਹਨਾਂ ਦੀ ਹੱਲਾਸ਼ੇਰੀ, ਉਹਨਾਂ ਨੂੰ ਇਨਾਮ, ਸਨਮਾਨ, ਮਦਦ, ਹਰ ਕਿਸਮ ਦੀ ਸਹਾਇਤਾ ਉਦੋਂ ਵੀ ਕੀਤੀ ਜਾਵੇ। ਪਰ ਕੌੜਾ ਸੱਚ ਇਹੀ ਹੈ ਕਿ ਮਹੀਨੇ ਕੁ ਬਾਅਦ ਲੋਕਾਂ ਨੇ ਇਹਨਾਂ ਖਿਡਾਰੀਆਂ ਨੂੰ ਭੁੱਲ ਜਾਣਾ ਹੈ ਅਤੇ IPL ਜਦੋਂ ਇੱਕ ਵਾਰੀ ਸ਼ੁਰੂ ਹੋ ਗਈ, ਫਿਰ ਵੇਖਿਓ ਲੋਕੀ ਓਲੰਪਿਕ ਵਾਲਿਆਂ ਨੂੰ ਕਿੰਨਾ ਕੁ ਚੇਤੇ ਕਰਦੇ ਆ। ਅਤੇ ਇਹੀ ਸਾਡੇ ਦੇਸ਼ ਦਾ ਸਭ ਤੋਂ ਵੱਡਾ ਦੁਖਾਂਤ ਹੈ। ਪਰ ਇਸ ਚੀਜ਼ ਨੂੰ ਐਤਕੀ ਠੀਕ ਕਰਨਾ ਪੈਣਾ, ਕਿਉਂਕਿ ਅਗਲੀਆਂ ਖੇਡਾਂ ਸਿਰਫ 3 ਸਾਲ ਬਾਅਦ ਹੋਣੀਆਂ ਨੇ। ਕਿਉਂਕਿ ਇਹ ਖੇਡਾਂ 5 ਸਾਲ ਬਾਅਦ ਹੋਈਆਂ, ਕਰੋਨਾ ਕਰਕੇ 1 ਸਾਲ ਦਾ ਗੈਪ ਪੈ ਗਿਆ ਸੀ। ਹੁਣ ਅਗਲੀਆਂ ਖੇਡਾਂ 4 ਸਾਲ ਦੀ ਬਜਾਏ 3 ਸਾਲ ਬਾਅਦ ਹੀ ਹੋ ਜਾਣੀਆਂ, ਕਿਉਂਕਿ ਅਗਲੀਆਂ ਖੇਡਾਂ ਸਾਲ 2024 ਵਿੱਚ ਹੋਣੀਆਂ ਤੈਅ ਸੀ ਅਤੇ 24 ਵਿੱਚ ਹੀ ਹੋਣਗੀਆਂ। ਪੈਰਿਸ, ਫਰਾਂਸ ਦੇਸ਼ ਦੇ ਪੈਰਿਸ ਵਿੱਚ ਖੇਡਾਂ ਹੋਣੀਆਂ ਨੇ 2024 ਵਿੱਚ। ਉਹਨਾਂ ਦੀ ਤਿਆਰੀ ਹੁਣ ਤੋਂ ਹੀ ਸ਼ੁਰੂ ਕਰਨੀ ਪੈਣੀ ਹੈ ਅਤੇ ਜਿਵੇਂ ਹੁਣ ਖਿਡਾਰੀਆਂ ਨੂੰ ਮਾਣ ਸਨਮਾਨ ਦਿੱਤੇ ਜਾ ਰਹੇ ਆ, ਉੱਦਾਂ ਹੀ ਖਿਡਾਰੀਆਂ ਦਾ ਲਗਾਤਾਰ ਹੌਸਲਾ ਵਧਾਉਂਦੇ ਰਹਿਣਾ ਪੈਣਾ ਹੈ ਸਰਕਾਰਾਂ ਨੂੰ ਅਤੇ ਖੇਡ ਢਾਂਚੇ ਨੂੰ। ਤਾਂ ਹੀ ਅਗਲੀ ਵਾਰ ਭਾਰਤ ਕੋਈ ਮਾਣਮੱਤੀ ਪ੍ਰਾਪਤੀ ਕਰ ਸਕੂਗਾ। ਕਦੋਂ ਤੱਕ ਅਸੀਂ ਸਿਰਫ 1 ਗੋਲਡ ਮੈਡਲ ਅਤੇ ਕੁੱਲ 7 ਮੈਡਲ ਜਿੱਤ ਕੇ ਖੁਸ਼ ਹੁੰਦੇ ਰਵਾਂਗੇ? ਕਿਉਂਕਿ ਜਿੱਡਾ ਵੱਡਾ ਸਾਡਾ ਦੇਸ਼ ਹੈ, ਜਿੱਡਾ ਵੱਡਾ ਸਾਡਾ ਢਾਂਚਾ ਹੈ, ਸਾਨੂੰ ਇਸ ਤੋਂ ਕਿਤੇ ਬਿਹਤਰ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਅਤੇ ਬਣਦਾ ਵੀ ਹੈ। ਆਸ ਹੈ ਕਿ ਅੱਜ ਦੇ ਵੀਡੀਓ ਵਿੱਚ ਦੱਸੀ ਗਈ ਇਹ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਊਗੀ। ਐਪੀਸੋਡ ਚੰਗਾ ਲੱਗਿਆ ਤਾਂ ਇਸ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਨਾਲ ਦੀ ਨਾਲ ਹੇਠਾਂ ਕਮੈਂਟਸ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਿਓ ਕਿ ਤੁਸੀਂ ਇਸ ਵਿਸ਼ੇ ਬਾਰੇ ਕੀ ਸੋਚਦੇ ਹੋ। ਤੁਹਾਡੇ ਮੁਤਾਬਕ ਕੀ ਹੋਣਾ ਚਾਹੀਦਾ ਹੈ ਤੇ ਕੀ ਨਹੀਂ ਹੋਣਾ ਚਾਹੀਦਾ। ਇਸੇ ਤਰ੍ਹਾਂ ਕੋਈ ਹੋਰ ਵਿਸ਼ਾ ਲੈ ਕੇ ਜਲਦੀ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਧੰਨਵਾਦ।